ਡੈਥ ਹੋ ਗਈ ਹੈ ਗਾਰਡੀਅਨਸ ਵੱਲੋਂ। ਡੈਥ ਦਾ ਕੀ ਕਾਰਨ ਹੈ? ਸੁਮਨ ਸ਼ਰਮਾ ਨਾਮ ਦੀ 60-65 ਸਾਲ ਦੀ ਲੇਡੀ ਜਿਹਨੂੰ ਸ਼ੂਗਰ ਅਨਕੰਟਰੋਲਡ ਹਾਰਟ ਦੀ ਹਾਈਪਰਟੈਂਸ਼ਨ ਤੇ ਹਾਰਟ ਫੇਲੀਅਰ ਨਾਲ ਆਈ ਸੀ। ਜਦੋਂ ਹਾਰਟ ਪੂਰੀ ਤਰ੍ਹਾਂ ਧੜਕਣਾ ਬੰਦ ਕਰ ਦਿੰਦਾ ਉਹਨੂੰ ਹਾਰਟ ਫੇਲੀਅਰ ਕਹਿੰਦੇ ਆ। ਹਾਰਟ ਫੇਲੀਅਰ ਸਾਹ ਚੜ੍ਹਦਾ ਹੈ ਪੇਸ਼ੈਂਟ ਦਾ, ਥੋੜੀ ਆਕਸੀਜਨ ਘਟਦੀ ਹੈ ਤੇ ਪੇਸ਼ੈਂਟ ਨੂੰ ਅਸੀਂ ਆਈਸੀਯੂ 'ਚ ਪਾ ਦਿੰਦੇ ਹਾਂ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਦੇਖਿਆ ਤੇ ਇਹਨਾਂ ਨੇ ਕਿਹਾ ਕਿ ਹਜੇ ਇਹਦਾ, ਮੈਂ ਇਹਨਾਂ ਨੂੰ ਕਿਹਾ ਕਿ ਜੋ ਇਹਦਾ ਮੁੱਢਲੀ ਕਾਰਨ ਹੈ ਹਾਰਟ ਫੇਲੀਅਰ ਦਾ, ਆਪਾਂ ਨੂੰ ਠੀਕ ਕਰੀਏ, ਕੈਥ ਲੈਬ 'ਚ ਪੇਸ਼ੈਂਟ ਲੈ ਕੇ ਜਾਈਏ ਤੇ ਇਹਦੀ ਐਂਜੀਓਗ੍ਰਾਫੀ ਕਰਕੇ ਜੇ ਹਾਰਟ ਦੀਆਂ ਕੋਈ ਨਾੜੀ ਬੰਦ ਹੈ ਤਾਂ ਆਪਾਂ ਉਹ 'ਚ ਸਟੈਂਟ ਪਾ ਦਈਏ। ਡਾਕਟਰ ਸਾਹਿਬ ਨੇ ਕਿਹਾ ਇਹ ਪੇਸ਼ੈਂਟ ਫਿੱਟ ਨਹੀਂ ਹੈ ਜਾਂ ਹਾਰਟ ਫੇਲੀਅਰ 'ਚ ਹੈਗੀ ਹੈ, ਇਹ ਤੇ ਸਿੱਧੀ ਲੇਟ ਵੀ ਨਹੀਂ ਪਾਉਂਦੀ ਤੇ ਇਹਨੂੰ ਹਜੇ ਐਂਜੀਓਗ੍ਰਾਫੀ ਇਹਦੀ ਨਹੀਂ ਕਰ ਸਕਦੇ, ਇਹਨੂੰ ਅਸੀਂ ਹਾਰਟ ਫੇਲੀਅਰ ਨੂੰ ਟ੍ਰੀਟਮੈਂਟ ਕਰਾਂਗੇ ਤੇ ਜਦੋਂ ਇਹ ਬਿਲਕੁਲ ਠੀਕ ਹੋ ਜਾਏਗੀ, ਕੋਈ ਕੁਝ ਵੀ ਵਜ੍ਹਾ ਹੋਏ, ਰਾਤ ਹੋਏ ਦਿਨ ਹੋਏ, ਜਦੋਂ ਇਹ ਠੀਕ ਹੋ ਜਾਏਗੀ ਆਪਾਂ ਉਸ ਤੋਂ ਬਾਅਦ ਇਹਨਾਂ ਦੀ ਐਂਜੀਓਗ੍ਰਾਫੀ ਕਰਕੇ ਜੋ ਨਿਕਲੇਗਾ ਇਹਨਾਂ ਨੂੰ ਸਮਝਾ ਦਿਆਂਗੇ। ਉਹਨਾਂ ਦਾ ਇਹ ਸਾਰੀਆਂ ਉਹਨਾਂ ਦਾ ਕਹਿਣਾ ਪੇਸ਼ੈਂਟ ਨੂੰ ਸਾਹ ਦੀ ਪ੍ਰੋਬਲਮ ਸੀ ਜਿਸ ਕਰਕੇ ਲੈ ਕੇ ਆਏ। ਹਾਂ ਬਿਲਕੁਲ ਠੀਕ। ਉਹਨਾਂ ਨੇ ਕਿਹਾ ਸਾਨੂੰ ਸਾਹ ਦੀ ਪ੍ਰੋਬਲਮ ਸੀ ਔਰ ਐਕਚੁਅਲੀ ਹੈਗੀ ਵੀ ਸਾਹ ਦੀ ਪ੍ਰੋਬਲਮ ਸੀ। ਸਾਹ ਦੀ ਪ੍ਰੋਬਲਮ ਉਦੋਂ ਹੋ ਜਾਂਦੀ ਹੈ ਜਦੋਂ ਹਾਰਟ ਫੇਲ ਹੋ ਜਾਂਦਾ ਹੈ। ਹਾਰਟ ਜਿਹੜਾ ਬਲੱਡ ਹੈ ਫੇਲ ਹੋ ਕੇ ਉਸ ਤੋਂ ਬਾਅਦ ਫੇਫੜਿਆਂ 'ਚੋਂ ਪਾਣੀ ਭਰ ਜਾਂਦਾ ਹੈ, ਜਿਸ ਕਰਕੇ ਉਹਨੂੰ ਪਲਮੋਡੀਮਾ ਕਹਿੰਦੇ ਆ ਤੇ ਹਾਰਟ ਫੇਲੀਅਰ ਕਹਿੰਦੇ ਆ। ਹਾਰਟ ਫੇਲੀਅਰ ਰਾਤੀ ਪ੍ਰੂਵ ਹੋ ਗਿਆ ਕਿ ਹਾਰਟ ਫੇਲੀਅਰ ਸੀ ਪੇਸ਼ੈਂਟ ਨੂੰ। ਉਸ ਤੋਂ ਬਾਅਦ ਜਦੋਂ ਅਗਲੇ ਦਿਨ ਸਵੇਰੇ ਪੇਸ਼ੈਂਟ ਇਹਦਾ ਥੋੜਾ ਸਟੇਬਲ ਹੋਇਆ, ਡਾਕਟਰ ਸਾਹਿਬ ਨੇ ਕਿਹਾ ਹੁਣ ਲੇਟ ਪਾਉਂਦੀ ਹੈ, ਆਕਸੀਜਨ ਠੀਕ ਹੈ, ਕੁਝ ਵਾਈਟਲਸ ਠੀਕ ਹੈ, ਲੇਕਿਨ ਅਸੀਂ ਇਹ ਦੁਬਾਰਾ ਤੋਂ ਇਹ ਪ੍ਰੋਬਲਮ ਨਾ ਆਏ ਤੇ ਅਸੀਂ ਫਟਾਫਟ ਦੀ ਐਂਜੀਓਗ੍ਰਾਫੀ ਉਸ ਵੇਲੇ ਕਰ ਲਈਏ। ਇਹ ਚੀਜ਼ ਉਹਨਾਂ ਨੇ ਵੀ ਕਹੀ ਹੈ ਕਿ ਉਹਨਾਂ ਦਾ ਪੇਸ਼ੈਂਟ ਠੀਕ ਹੋ ਗਿਆ ਸੀ। ਠੀਕ ਹੋ ਗਿਆ। ਹਾਂ ਬਿਲਕੁਲ ਸ਼ਿਫਟ ਕਰਨ ਦੀ ਰਿਕੁਐਸਟ ਕੀਤੀ। ਹਜੇ ਇਸ ਰੂਮ 'ਚ ਸ਼ਿਫਟ ਕਰਨਾ ਉਦੋਂ ਹੁੰਦਾ ਹੈ ਜਦੋਂ ਪੇਸ਼ੈਂਟ ਐਕਚੁਅਲੀ ਠੀਕ ਹੋਏ। ਹਜੇ ਸਿਰਫ ਪੇਸ਼ੈਂਟ ਦੇ ਸਿੰਪਟਮ ਠੀਕ ਹੋਏ, ਜਿਹੜਾ ਹਾਰਟ ਫੇਲੀਅਰ ਪਾਰਟ ਸੀ ਉਹ ਠੀਕ ਹੋਇਆ ਸੀ, ਲੇਕਿਨ ਹਾਰਟ ਫੇਲੀਅਰ ਦਾ ਕਾਰਨ ਸੀ ਪਿੱਛੇ। ਹੁਣ ਸਾਰਿਆਂ ਨੂੰ ਹਾਰਟ ਫੇਲੀਅਰ ਤੇ ਹੁੰਦਾ ਨਹੀਂ, ਉਹਦਾ ਕੋਈ ਨਾ ਕੋਈ ਕਾਰਨ ਤੇ ਹੋਏਗਾ ਪਿੱਛੇ। ਉਹ ਕਾਰਨ ਜਿਹੜਾ ਪਿੱਛੇ ਹੈ ਉਹਨੂੰ ਫੜਨ ਲਈ ਅਸੀਂ ਉਸ ਤੋਂ ਬਾਅਦ ਐਂਜੀਓਗ੍ਰਾਫੀ ਕਰਦੇ ਹਾਂ। ਐਂਜੀਓਗ੍ਰਾਫੀ ਕਰਕੇ ਦੇਖਿਆ ਨੇ ਤਿੰਨੋਂ ਹਾਰਟ ਦੀਆਂ ਮੇਜਰ ਨਾੜੀਆਂ ਬੰਦ ਸੀ। ਉਹ ਸਾਰੀਆਂ ਚੀਜ਼ਾਂ ਜੋ ਮੈਂ ਬੋਲ ਰਿਹਾ ਸਾਰੀਆਂ ਚੀਜ਼ਾਂ ਰਿਕਾਰਡਡ ਹੈ, ਉਹਦੇ 'ਚ ਕੈਥ ਲੈਬ 'ਚ ਸੀਡੀਜ਼ ਬਣੀਆਂ ਹੁੰਦੀਆਂ, ਆਟੋਮੈਟਿਕ ਬਣ ਜਾਂਦੀਆਂ ਸੀਡੀਜ਼। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤਿੰਨੋਂ ਨਾੜੀਆਂ ਹਾਰਟ ਦੀਆਂ ਬੰਦ ਸੀ, ਡਾਕਟਰ ਸਾਹਿਬ ਨੇ ਮੈਨੂੰ ਕਿਹਾ ਤਿੰਨੋਂ ਨਾੜੀਆਂ ਬੰਦ ਹੈ, ਪਰ ਆਪਾਂ ਇਸ ਵੇਲੇ ਜਿਹੜੀ 100% ਬੰਦ ਹੈ ਉਹਨੂੰ ਤੇ ਜਿਹੜੀ 80% ਬੰਦ ਹੈ ਉਹਨੂੰ ਦੋਨਾਂ ਨੂੰ ਖੋਲ੍ਹ ਦਈਏ ਤੇ ਤੀਸਰੀ ਨਾੜੀ ਜਿਹੜੀ ਘੱਟ ਬੰਦ ਹੈਗੀ ਉਹਨੂੰ ਅਜੇ ਛੱਡ ਦਈਏ, ਕਿਉਂਕਿ ਪੇਸ਼ੈਂਟ ਇੰਨਾ ਜ਼ਿਆਦਾ ਸਟ੍ਰੈਸ ਨਹੀਂ ਲੈ ਸਕਦਾ। ਆਪਾਂ ਦੋ ਨਾੜੀਆਂ ਖੋਲ੍ਹਤੀਆਂ, ਇਹਨਾਂ ਕੋਲ ਕੰਸੈਂਟ ਲਿੱਤੀ, ਪੈਸਿਆਂ ਦਾ ਲੈਣ ਦੇਣ ਕੋਈ ਨਹੀਂ ਸੀ। ਉਹ ਕਹਿੰਦੇ ਜੀ ਸਾਨੂੰ ਪੁੱਛੇ ਬਗੈਰ ਅਸੀਂ ਸੈਕਿੰਡ ਓਪੀਨੀਅਨ ਲੈਣਾ ਸੀ ਤੇ ਸਾਨੂੰ ਪੁੱਛੇ ਬਗੈਰ ਜਿਹੜਾ ਸਟੈਂਟ ਪਾ ਦਿੱਤੇ। ਹਾਂ ਬਿਲਕੁਲ ਠੀਕ ਹੈ, ਇਹ ਵੀ ਗੱਲ ਹੋਈ ਸੀ ਇਹਨਾਂ ਦੀ, ਹੁਣੇ ਮੇਰੇ ਕਰਕੇ ਗਏ ਹੈ। ਜਦੋਂ ਇਹਨਾਂ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਤੁਹਾਡੇ ਪੇਸ਼ੈਂਟ ਦੀ ਐਂਜੀਓਗ੍ਰਾਫੀ ਹੋ ਗਈ ਹੈ, ਤਿੰਨੋਂ ਨਾੜੀਆਂ ਬੰਦ ਹੈ, ਉਹ 'ਚ ਦੋ ਨਾੜੀਆਂ 'ਚ ਆਪਾਂ ਸਟੈਂਟ ਪਾ ਦਿੰਦੇ ਹਾਂ ਤੇ ਉਹਦੇ ਨਾਲ ਕੁਝ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਹੋਣ ਦਾ ਚਾਂਸਿਸ ਹੈਗੇ ਹੈ। ਇਹਨਾਂ ਨੇ ਕਿਹਾ ਠੀਕ ਹੈ ਸਾਨੂੰ ਇੱਕ ਸੈਕਿੰਡ ਓਪੀਨੀਅਨ ਲੈਣ ਦਿਓ। ਮੈਂ ਇਹਨਾਂ ਨੂੰ ਕਿਹਾ ਰਿਸਕ ਤੁਹਾਡਾ ਹੈ ਸੈਕਿੰਡ ਓਪੀਨੀਅਨ ਦਾ, ਬਿਕੋਜ਼ ਇਸ ਵੇਲੇ ਤਿੰਨੋਂ ਨਾੜੀਆਂ ਬੰਦ ਹੈ, ਹਾਰਟ ਅਟੈਕ ਦਾ ਪੇਸ਼ੈਂਟ ਹੈ ਔਰ ਆਲਰੇਡੀ ਪੇਸ਼ੈਂਟ ਫੇਲੀਅਰ 'ਚੋਂ ਅਸੀਂ ਬੜੀ ਮੁਸ਼ਕਿਲ ਨਾਲ ਇੱਥੇ ਤੱਕ ਲੈ ਆਂਦਾ ਹੈ। ਹਰ ਵਾਰੀ ਇਹ ਚਾਂਸ ਨਹੀਂ ਮਿਲਦਾ। ਤੁਸੀਂ ਸੋਚ ਕੇ ਡਾਕਟਰ ਸਾਹਿਬ ਕੋਲ ਚਲੇ ਜਾਓ ਉੱਪਰ, ਜੇ ਤੁਸੀਂ ਕੰਸੈਂਟ ਰਿਟਨ ਸਾਈਨ ਕਰਕੇ ਦਿਓਗੇ ਤਾਂ ਅਸੀਂ ਸਟੈਂਟ ਪਾਵਾਂਗੇ, ਨਹੀਂ ਤਾਂ ਅਸੀਂ ਸਟੈਂਟ ਨਹੀਂ ਪਾਵਾਂਗੇ। ਇਹਨਾਂ ਨੇ ਸਾਨੂੰ ਸਾਈਨ ਕਰਕੇ ਦਿੱਤਾ ਔਰ ਅਸੀਂ ਉਹਦੇ ਸਟੈਂਟ ਪਾਏ, ਲੇਕਿਨ ਇਹਦੇ ਵਿਚਕਾਰ ਪੈਸਿਆਂ ਦੀ ਕੋਈ ਗੱਲਬਾਤ ਨਹੀਂ ਸੀ, ਕਿਉਂਕਿ ਪੇਸ਼ੈਂਟ ਇੰਸ਼ੋਰੈਂਸ ਦਾ ਸੀ, ਪੈਸੇ ਕੰਪਨੀ ਕੋਲ ਲਵਾਉਣੇ ਸੀ, ਇਸ ਕਰਕੇ ਨਾ ਇਹਨਾਂ ਨੇ ਪੈਸੇ, ਬਿਕੋਜ਼ ਆਮ ਤੌਰ 'ਤੇ ਸਟੈਂਟਾਂ ਦੀ ਜਦੋਂ ਗੱਲ ਹੁੰਦੀ ਹੈ, ਆਮ ਤੌਰ 'ਤੇ ਜਦੋਂ ਵੀ ਸਟੈਂਟਾਂ ਦੀ ਗੱਲ ਹੁੰਦੀ ਹੈ ਆਪਾਂ ਉਦੋਂ ਅਸੀਂ ਸਟੈਂਟਾਂ ਦੀ ਗੱਲ ਹੁੰਦੀ ਹੈ ਅਸੀਂ ਉਸ ਵੇਲੇ ਇਹ ਕਹਿ ਦਿੰਦੇ ਹਾਂ ਕਿ ਸਾਡੇ ਪੇਸ਼ੈਂਟ ਨੂੰ ਪੈਸੇ ਕਿੰਨੇ ਲੱਗਣਗੇ। ਜਦੋਂ ਇਹ 'ਚ ਪੈਸਿਆਂ ਦੀ ਗੱਲ ਨਹੀਂ ਸੀ, ਇਮੀਡੀਏਟਲੀ ਕੰਸੈਂਟ ਦਿੱਤੀ, ਉਸ ਤੋਂ ਬਾਅਦ ਅਸੀਂ ਐਂਜੀਓਪਲਾਸਟੀ ਕਰਤੀ। ਐਂਜੀਓਪਲਾਸਟੀ ਕਰਨ ਤੋਂ ਬਾਅਦ ਇੱਕ ਹੋਰ ਇਲਜ਼ਾਮ ਲਗਾਇਆ, ਕਹਿੰਦੇ ਜੀ ਸਾਡੀ ਇੰਸ਼ੋਰੈਂਸ ਦੇਖ ਕੇ ਸਾਡਾ ਪੇਸ਼ੈਂਟ ਸਿੱਕ ਕੀਤਾ ਗਿਆ, ਸਾਡਾ ਪੇਸ਼ੈਂਟ ਸਟੇਬਲ ਸੀ, ਉਹਨੂੰ ਸਿੱਕ ਕਰਕੇ ਤੇ ਉਹਨੂੰ ਸਾਡੇ ਕੰਸੈਂਟ ਤੋਂ ਬਗੈਰ ਹੀ ਸਟੈਂਟ ਪਾ ਦਿੱਤੇ ਗਏ। ਕੰਸੈਂਟ ਤੇ ਕੋਈ ਵੀ ਪ੍ਰੈਸ ਵਾਲਾ ਜਾਂ ਕੋਈ ਐਡਮਿਨਿਸਟ੍ਰੇਸ਼ਨ ਜਾਂ ਕੋਈ ਵੀ ਦੇਖ ਸਕਦਾ। ਕੰਸੈਂਟ ਤੇ ਕੈਥ ਲੈਬ ਦੇ ਰਜਿਸਟਰ ਤੇ ਕੰਸੈਂਟ ਤੋਂ ਬਗੈਰ ਕਦੀ ਪੇਸ਼ੈਂਟ ਅੰਦਰ ਜਾਂਦਾ ਨਹੀਂ ਹੈ। ਉਹ ਇਹਨਾਂ ਦੀ ਰਿਟਨ ਕੰਸੈਂਟ ਅਸੀਂ ਲਿੱਤੀ ਹੋਈ ਹੈ, ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਦੂਸਰਾ, ਇੰਸ਼ੋਰੈਂਸ ਪੇਸ਼ੈਂਟ ਨੂੰ ਸਿੱਕ ਕਰਨ ਦਾ ਹਸਪੀਟਲ ਨੂੰ ਕੋਈ ਵੀ ਐਡਵਾਂਟੇਜ ਕਦੇ ਵੀ ਨਹੀਂ ਹੁੰਦਾ, ਕਿਉਂਕਿ ਇਹ ਸਭ ਤੋਂ ਵੱਡੀ ਚੀਜ਼ ਹੈਗੀ ਹੈ ਕਿ ਜਦੋਂ ਵੀ ਅਸੀਂ ਕੋਈ ਸਟੈਂਟ ਪਾਉਂਦੇ ਹਾਂ ਜਾਂ ਇਹੋ ਜਿਹਾ ਕੋਈ ਪ੍ਰੋਸੀਜਰ ਕਰਨੇ ਆ, ਇੰਸ਼ੋਰੈਂਸ ਕੰਪਨੀਜ਼ ਹਸਪੀਟਲ ਨੂੰ ਇਸ ਤਰ੍ਹਾਂ ਕਦੀ ਵੀ ਪੈਸੇ ਨਹੀਂ ਦਿੰਦੀ। ਉਹਨਾਂ ਦੇ ਕਾਰਡੀਓਲੋਜਿਸਟ, ਉਹਨਾਂ ਦੇ ਫਿਜ਼ੀਸ਼ੀਅਨ, ਉਹਨਾਂ ਦੇ ਡਾਕਟਰਸ ਲੱਗੇ ਹੁੰਦੇ ਆ, ਉਹ ਪਹਿਲੇ ਉਹਦਾ ਪੜਤਾਲ ਕਰਦੇ ਆ, ਫਿਰ ਉਸ ਤੋਂ ਬਾਅਦ ਤੁਹਾਨੂੰ ਪੈਸੇ, ਤੁਹਾਨੂੰ ਉਹਦਾ ਓਪੀਨੀਅਨ ਦਿੰਦੇ ਆ। ਉਹ ਓਪੀਨੀਅਨ ਪੋਜ਼ੀਟਿਵ ਹੁੰਦਾ ਫਿਰ ਤੁਹਾਨੂੰ ਕੰਪਨੀ ਵਾਲੇ ਪੈਸੇ ਦਿੰਦੇ। ਇੰਸ਼ੋਰੈਂਸ ਕੰਪਨੀ ਤੁਸੀਂ ਕਰਾ ਕੇ ਚਲੇ ਗਏ, ਲੇਕਿਨ ਇੰਸ਼ੋਰੈਂਸ ਕੰਪਨੀ ਹਸਪੀਟਲਸ ਨੂੰ ਇੰਨੀ ਜਲਦੀ ਜਾਂਚ ਕੀਤੇ ਬਗੈਰ ਕਦੀ ਵੀ ਪੈਸੇ ਨਹੀਂ ਦਿੰਦੀ। ਇੱਕ ਆਖਰੀ ਸਵਾਲ ਤੁਹਾਡੇ ਨਾਲ, ਕੋਈ ਵੀ ਪੇਸ਼ੈਂਟ, ਕੋਈ ਵੀ ਡਾਕਟਰ ਜਾਂ ਹਸਪੀਟਲ ਨਹੀਂ ਚਾਹੁੰਦਾ ਕਿ ਉਹਦੇ ਆਈਸੀਯੂ 'ਚ ਡੈਥ ਕੇਸਿਸ ਵਧਣ, ਪਰ ਕਾਰਪੋਰੇਟ ਹਸਪੀਟਲ 'ਚ ਡੈਥ ਕੇਸਿਸ ਵਧਣ ਦਾ ਉਹਦਾ ਰੀਜ਼ਨ ਮੈਂ ਹੁਣੇ ਦੱਸ ਚੁੱਕਾ ਪ੍ਰੈਸ ਨੂੰ। ਸਾਡਾ ਸਭ ਤੋਂ ਵੱਡਾ ਅੰਮ੍ਰਿਤਸਰ 'ਚ ਆਈਸੀਯੂ ਹੈ, ਜਿੱਥੇ 60 ਬੈੱਡ ਹੈਗੇ ਹੈ। ਹਸਪੀਟਲ ਦਾ ਕੋਈ ਵੀ ਮਾਲਕ ਕ੍ਰਿਟੀਕਲ ਕੇਅਰ ਫਿਜ਼ੀਸ਼ੀਅਨ ਨਹੀਂ ਹੈ, ਖੁਦ ਆਪ ਆਈਸੀਯੂ ਇੰਚਾਰਜ ਕੋਈ ਹੋਵੇ। ਮੇਰੀ ਸਪੈਸ਼ਲਿਟੀ ਹੈ, ਕਿਸੇ ਦੀ ਹੱਡੀਆਂ ਦੀ ਹੈ, ਕਿਸੇ ਦੀ ਦਿਲ ਦੀ ਹੈ, ਕਿਸੇ ਦੀ ਹੈ। ਮੇਰੀ ਸਪੈਸ਼ਲਿਟੀ ਆਈਸੀਯੂ ਦੀ ਹੈ ਔਰ ਮੈਂ ਆਈਸੀਯੂ ਸਪੈਸ਼ਲਿਸਟ ਹਾਂ। ਮੈਂ ਕੋਈ ਬਿਜ਼ਨਸਮੈਨ ਇਸ ਸੀਟ ਤੇ ਨਹੀਂ ਬੈਠਾ ਹੋਇਆ, ਨਾ ਹੀ ਹਸਪੀਟਲ ਐਜ਼ ਏ ਓਨਰ ਮੈਂ ਕੋਈ ਬਿਜ਼ਨਸਮੈਨ ਹੈਗਾ। ਮੇਰੀ 25 ਤੋਂ ਲੈ ਕੇ 28 ਸਾਲ ਦੀ ਪ੍ਰੈਕਟਿਸ ਹੈ ਸਿਰਫ ਆਈਸੀਯੂ ਦੀ, ਜਿਹਦੇ 'ਚ ਮੈਂ ਸਿਰਫ ਆਈਸੀਯੂ ਦੇ ਪੇਸ਼ੈਂਟਸ ਬਚਾਏ ਹੈ ਜਾਂ ਮੇਰੇ ਸਾਹਮਣੇ ਪੇਸ਼ੈਂਟ ਨਹੀਂ ਬਚ ਪਾਏ। ਉਹ ਦੋਨੋਂ ਚੀਜ਼ਾਂ ਹੁੰਦੀਆਂ ਆਈਸੀਯੂ 'ਚ ਸਾਈਡ ਬਾਏ ਸਾਈਡ ਚੱਲਦੀਆਂ।
ਜਦੋਂ ਕੋਈ ਹਸਪੀਟਲ ਲਏਗਾ ਹੀ ਨਹੀਂ ਸਿਕ ਪੇਸ਼ੈਂਟਸ, ਬਟਾਲਾ ਰੋਡ ਛੱਡ ਕੇ ਪੂਰੇ ਅੰਮ੍ਰਿਤਸਰ 'ਚ ਤੁਸੀਂ ਚਲੇ ਜਾਓ, ਜੇ ਕੋਈ ਸਲਫੋਸ ਦਾ ਪੇਸ਼ੈਂਟ, ਕਾਰਡੀਓਜੈਨਿਕ ਸ਼ੌਕ ਦਾ ਪੇਸ਼ੈਂਟ, ਇਹੋ ਜਿਹੇ ਪੇਸ਼ੈਂਟ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ 60 ਰਹਿ ਗਿਆ ਹੈ ਜਾਂ ਕਿਸੇ ਨੇ ਫੰਦਾ ਲੈ ਕੇ ਮਰ ਗਿਆ, ਹੁਣੇ ਅਸੀਂ ਪੇਸ਼ੈਂਟ ਬਚਾਈ ਹੈ ਜਿਹੜੀ ਕਿ ਇੱਥੇ ਕੋਲ ਹੀ ਹਸਪੀਟਲ ਨੇ ਕਹਤਾ ਬਾਕੀ ਨਹੀਂ ਲੱਗਦੀ, ਜਿੱਥੇ ਮਰਜ਼ੀ ਲੈ ਜਾਓ, ਔਰ ਅਸੀਂ ਬਚਾ ਕੇ ਉਹਨੂੰ ਘਰ ਭੇਜਿਆ। ਸੋ ਇਹ ਚੀਜ਼ਾਂ ਛੱਡ ਦਿਓ, ਜਿੰਨੇ ਸਿਕ ਪੇਸ਼ੈਂਟਸ ਲੈਣੇ ਹੈ ਉੱਥੇ ਹੀ ਮੋਰਟੈਲਿਟੀ ਹੋਣੀ ਹੈ। ਜਦੋਂ ਇਹ ਪਤਾ ਉਦੋਂ ਜਦੋਂ ਸਾਰੇ ਡਾਕਟਰਸ 80% ਦੇ ਡਾਕਟਰਸ ਨੇ ਛੱਡ ਦਿੱਤਾ ਸਿਕ ਪੇਸ਼ੈਂਟ ਲੈਣਾ, ਕਿ ਅਸੀਂ ਜਦੋਂ ਵੀ ਪੇਸ਼ੈਂਟ ਉਹ ਹਦਾਇਤਾਂ ਦਿੱਤੀਆਂ ਹੁੰਦੀਆਂ ਮੈਡੀਕਲ ਆਫਿਸਰ ਨੂੰ, ਕੋਈ ਸਿਕ ਪੇਸ਼ੈਂਟ ਹੋਵੇ ਤੁਸੀਂ ਕਾਰਪੋਰੇਟ ਭੇਜ ਦਿਓ ਜਾਂ ਫੋਰਟਿਸ ਭੇਜ ਦਿਓ। ਜਦੋਂ ਸਿਕ ਪੇਸ਼ੈਂਟ ਤੁਸੀਂ ਲੈਣ ਦੇ ਹਿੰਮਤ ਰੱਖਦੇ ਹੋ ਤੇ ਮੋਰਟੈਲਿਟੀ ਐਂਡ ਮੋਰਬਿਡਿਟੀ ਤੁਹਾਡੀ ਨਾਲ ਚੱਲਦੀ ਹੈ। ਜੇ ਤੁਸੀਂ ਗਾਲ ਬੈਡਰ, ਹਰਨੀਆ, ਅਪੈਂਡਿਕਸ, ਪ੍ਰੋਸਟੇਟ ਦੇ ਆਪਰੇਸ਼ਨ ਕਰਨੇ ਹੈ, ਸਿਰਫ ਉਹਦੇ ਵਾਸਤੇ ਹਸਪੀਟਲ ਚਲਾਉਣਾ ਤੇ ਫਿਰ ਕਦੀ ਵੀ ਮੋਰਟੈਲਿਟੀ ਨਹੀਂ ਹੋਏਗੀ, ਕਿਉਂਕਿ ਤੁਸੀਂ ਸਿਕ ਪੇਸ਼ੈਂਟ ਲੈਣਾ ਹੀ ਨਹੀਂ, ਤੇ ਲੈਣਾ ਹੀ ਨਾਰਮਲ ਪੇਸ਼ੈਂਟ ਹੈ, ਨਾਰਮਲ ਪੇਸ਼ੈਂਟ ਨੇ ਹੱਸ ਕੇ ਘਰ ਚਲੇ ਜਾਣਾ। ਇਹ ਤੇ ਮੈਟਰਨਿਟੀ ਹੋਮਸ ਜਾਂ ਫਿਰ ਜਨਰਲ ਸਰਜਰੀ ਹੋਮਸ ਜਿੱਥੇ ਕ੍ਰਿਟੀਕਲ ਕੇਅਰ ਚੱਲਦਾ ਹੈ ਉੱਥੇ ਮੋਰਟੈਲਿਟੀ ਦੇ ਨਾਲ ਤੁਰਨੀ ਹੈ। ਬਾਕੀ ਜਿਹੜੇ ਬਾਹਰ ਧਰਨਾ ਦੇ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਉਹਨਾਂ ਦੇ ਫਿਰ ਵੀ ਅਗੇਂਸਟ ਨਹੀਂ ਬੋਲਣਾ। ਉਹਦਾ ਰੀਜ਼ਨ ਹੈ ਕਿ ਮੈਨੂੰ ਪਤਾ ਹੈ ਕਿ ਜਿਹਦੇ ਵੀ ਪੇਸ਼ੈਂਟ ਸਾਨੂੰ ਥੋੜ੍ਹੀ ਸੱਟ ਲੱਗ ਜੇ ਨਾ ਤਾਂ ਅਸੀਂ ਇਰੀਟੇਬਲ ਹੋ ਜਾਂਦੇ ਹਾਂ। ਕੋਈ ਐਕਸੀਡੈਂਟ ਕਾਰ ਦੇ ਸ਼ੀਸ਼ੇ ਤੇ ਨਹੀਂ ਜੀ, ਖਰੋਂਚ ਆ ਕੇ ਅਸੀਂ ਇਰੀਟੇਬਲ ਹੋ ਜਾਂਦੇ ਹਾਂ। ਅਤੇ ਜਿਹਦੀ ਮਾਂ, ਭੈਣ, ਭਰਾ, ਸੱਸ, ਜੋ ਵੀ ਕਿਸੇ ਦੀ ਵੀ ਉਹ ਡੈਥ ਹੋਈ ਹੈ, ਉਹਨਾਂ ਨੇ ਕੁਝ ਰੋਸ਼ ਪ੍ਰਗਟ ਕਰ ਰਹੇ ਹੈ ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਇਸ ਉਮਰ 'ਤੇ ਉਹਨਾਂ ਦੀ ਸ਼ਾਇਦ ਡੈਥ ਨਹੀਂ ਹੋਣੀ ਚਾਹੀਦੀ ਸੀ, ਜਿਹੜੀ ਕਿ ਬਹੁਤ ਅਰਲੀ ਉਮਰ 'ਚ ਉਹਨਾਂ ਦੀ ਡੈਥ ਹੋਈ ਹੈ। 60-65 ਸਾਲ ਦੀ ਕੋਈ ਬਹੁਤ ਛੋਟੀ ਉਮਰ ਹੁੰਦੀ, ਅੱਜ ਕੱਲ੍ਹ ਬਹੁਤ ਜ਼ਿਆਦਾ ਉਮਰ ਨਹੀਂ ਹੁੰਦੀ। ਲੇਕਿਨ ਇਹਦੇ 'ਚ ਡਾਕਟਰਸ ਵੀ ਬੇਬਸ ਹੁੰਦੇ ਆ। ਡਾਕਟਰਸ ਹੁਣ ਕਰ ਕੀ ਸਕਦੇ ਆ? ਜੇ ਅਸੀਂ ਰਾਤੀ 1:38 'ਤੇ ਨਾ ਪੇਸ਼ੈਂਟ ਲਿੱਤਾ ਹੁੰਦਾ, ਦਰਵਾਜ਼ਾ ਬੰਦ ਕਰ ਦਿੰਦੇ, ਅੱਜ ਸਾਡੇ ਇੱਥੇ ਧਰਨਾ ਤੇ ਨਹੀਂ ਹੋਣਾ ਸੀ, ਨਾ ਹੀ ਸ਼ਾਇਦ ਪੇਸ਼ੈਂਟ ਨੇ ਸਾਡੇ ਹਸਪੀਟਲ ਮਰਨਾ ਸੀ। ਲੇਕਿਨ ਪੇਸ਼ੈਂਟ ਕਿਤੇ ਰਸਤੇ 'ਚ ਇੱਕ ਹਸਪੀਟਲ ਤੋਂ ਦੂਜੇ ਹਸਪੀਟਲ ਛਾਣ ਕੇ ਮਰ ਜਾਵੇ, ਮੇਰੇ ਖਿਆਲ ਉਹਦੇ ਨਾਲ ਸਾਨੂੰ ਡਿਪਰੈਸ਼ਨ ਜ਼ਿਆਦਾ ਆਉਂਦੀ ਹੈ ਕਿ ਮੈਂ ਆਪਣੀ ਮਾਂ, ਭੈਣ, ਭਰਾ ਦਾ ਇਲਾਜ ਨਹੀਂ ਕਰਾ ਪਾਇਆ। ਘੱਟੋ ਘੱਟ ਹਸਪੀਟਲ ਚਲ ਜਾਂਦਾ, ICU ਚਲ ਜਾਂਦਾ, ਮੇਰੀ ਤਸੱਲੀ ਤੇ ਹੋਣੀ ਸੀ ਕਿ ਠੀਕ ਹੈ ਆਪਾਂ ਟ੍ਰੀਟਮੈਂਟ ਕਰਕੇ ਸਾਰਾ ਕੰਮ ਕਰਾਂਗੇ। ਮੇਰਾ ਨਾਮ ਵਿਕਰਮ ਹੈਗਾ ਜੀ। ਆਪਾਂ ਬੁੱਧਵਾਰ ਮੰਮੀ ਰਾਤੀ ਨੂੰ 1:30 ਵਜੇ ਇੱਥੇ ਲੈ ਕੇ ਆਏ ਸੀਗੇ। ਮੰਮੀ ਨੂੰ ਸਾਹ ਦੇ ਲੈਣ 'ਚ ਦਿੱਕਤ ਹੋਈ ਸੀਗੀ ਅਤੇ ਇਹਨਾਂ ਇੱਥੇ ਆ ਕੇ ਪਾਏ ਅਤੇ ਇਹਨਾਂ ਨੇ ਆਟੋ 'ਚ ਲੈ ਕੇ ਆਪਾਂ ਆਏ ਮੰਮੀ ਨੂੰ, ਕੋਈ ਇੰਨੀ ਗੱਲ ਨਹੀਂ ਸੀ, ਅਤੇ ਇਹਨਾਂ ਨੇ ICU ਵਿੱਚ ਦਾਖਲ ਕਰ ਦਿਆ। ਅਤੇ ਉਸ ਤੋਂ ਬਾਅਦ 2 ਘੰਟੇ ਬਾਅਦ ਕਹਿੰਦੇ ਥੋੜ੍ਹੇ ਜਿਹੇ ਨੋਰਮਲ ਹੋਏ ਜੀ, ਹੁਣ ਸਾਹ ਠੀਕ ਹੁੰਦਾ ਪਿਆ ਇਹਨਾਂ ਦਾ। ਫਿਰ ਇਹਨਾਂ ਨੇ ਐਕਸਰੇ ਕਰਾਇਆ, ਫਿਰ ਮੈਂ ਗਿਆ, ਮੈਂ ਐਕਸਰੇ ਭਾਜੀ ਕੀ ਰਿਪੋਰਟ ਆਈ ਸਰ? ਕਹਿੰਦੇ ਐਕਸਰੇ ਤੁਹਾਡਾ ਠੀਕ ਹੋਇਆ ਵਾ, ਥੋੜ੍ਹੀ ਜਿਹੀ ਪ੍ਰੋਬਲਮ ਹੈਗੀ, ਦਵਾਈ ਨਾਲ ਫਰਕ ਪੈ ਜਾਏਗਾ। ਇਹ ਠੀਕ ਹੈ। ਫਿਰ ਇਹਨਾਂ ਨੇ ਟੈਸਟ ਕਰਾਏ ਇਹਨਾਂ ਨੇ, ਫਿਰ ਟੈਸਟ ਜਿਹਨੇ ਕੀਤੇ ਸੀ ਉਹ ਲੰਘਦਾ ਪਿਆ, ਇਹਨੂੰ ਪੁੱਛਿਆ ਫਿਰ ਟੈਸਟ ਰਿਪੋਰਟ ਭਾਜੀ ਕੀ ਆਈ ਹੈ? ਕਹਿੰਦੇ ਰਿਪੋਰਟ ਸਹੀ ਆਈ ਹੈ, ਮੈਂ ਡਾਕਟਰ ਨੂੰ ਭੇਜਦੀ ਹੈ ਅਤੇ ਕੋਈ ਗਲਤ ਬਣਾਉਣ ਵਾਲੀ ਗੱਲ ਨਹੀਂ ਹੈਗੀ। ਅਤੇ ਉਸ ਤੋਂ ਅਗਲੇ ਦਿਨ ਸਵੇਰੇ ਮੰਮੀ ਬਿਲਕੁਲ ਠੀਕ ਹੋ ਗਏ, ਖਾਣਾ ਵੀ ਖਾਣ ਲੱਗ ਪਏ, ਫਰੂਟ ਵੀ ਖਾਣ ਲੱਗ ਪਏ, ਦਲੀਆ ਵੀ ਖਾਧਾ। ਅਤੇ ਉਸ ਤੋਂ ਬਾਅਦ ਇਹ ਕਿਹਾ, ਇਹ ਭਰਾ ਨੇ ਕਿਹਾ ਕਿ ਆਪਣਾ ਡਾਕਟਰ ਸਾਹਿਬ ਹੁਣ ਮੰਮੀ ਠੀਕ ਹੈਗੇ ਨੇ ਅਤੇ ਇਹਨਾਂ ਨੂੰ ਰੂਮ ਵਿੱਚ ਸ਼ਿਫਟ ਕਰ ਦਿਓ। ਕਹਿੰਦੇ ਨਹੀਂ ਜਾਂ ਛੁੱਟੀ ਦੇ ਸ਼ਿਫਟ ਕਰ ਦਿਓ। ਕਹਿੰਦੇ ਨਹੀਂ ਹਜੇ ਨਹੀਂ, ਆਪਣਾ ਹਜੇ ਆਪਾਂ ਹੋਰ ਟੈਸਟ ਕਰਨੇ ਆ। ਕਿਹੜੇ ਡਾਕਟਰ ਨਾਲ ਗੱਲ ਹੋਈ ਸੀ ਛੁੱਟੀ ਦੇਣ ਲਈ? ਡਾਕਟਰ ਕਿਹੜੇ ਡਾਕਟਰ ਇੱਥੇ? ਡਾਕਟਰ ਵਿਨੋਦ ਕੁਮਾਰ ਸੀਗੇ। ਅਤੇ ਫਿਰ ਉਹ ਕਹਿੰਦੇ ਨਹੀਂ ਟੈਸਟ ਹੋਣਗੇ, ਉਸ ਤੋਂ ਬਾਅਦ ਆਪਾਂ ਵੇਖਾਂਗੇ। ਫਿਰ ਉਹਨਾਂ ਹੋਰ ਟੈਸਟ ਕੀਤੇ ਪਏ, ਕਹਿੰਦੇ ਤੁਹਾਡੇ ਨਾ ਮੰਮੀ ਦੇ ਲੰਗਸ ਵਿੱਚ ਪਾਣੀ ਭਰ ਗਿਆ। ਅਤੇ ਮੈਂ ਕਿਹਾ ਫਿਰ ਹੁਣ ਕੀ ਕਰੋਗੇ? ਕਹਿੰਦੇ ਦਵਾਈ ਚਲੇਗੀ, ਫਰਕ ਪੈ ਜਾਏਗਾ। ਇਹ ਠੀਕ ਹੈ। ਫਿਰ ਉਹਨਾਂ ਦਵਾਈ ਸ਼ੁਰੂ ਕੀਤੀ। ਫਿਰ ਸ਼ਾਮ ਦੇ ਆਪਣੇ ਡਾਕਟਰ ਆਇਆ ਪਈ ਕੀ ਰਿਪੋਰਟ ਕੀ ਪ੍ਰੋਗਰੈਸ ਹੈਗੀ ਹੈ? ਕਹਿੰਦੇ ਹੁਣ ਤੁਹਾਨੂੰ ਫਰਕ ਪੈਂਦਾ ਪਿਆ, ਮੰਮੀ ਨੂੰ ਸਟੇਬਲ ਹੈਗੇ ਆ, ਠੀਕ ਹੈਗੇ ਆ, ਕੋਈ ਗੱਲ ਨਹੀਂ। ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਟੈਸਟ ਕਰਨਾ ਸੀ ਇਹਨਾਂ ਨੇ ਬਲੋਕੇਜ ਦਾ, ਕਹਿੰਦੇ 2 ਦਿਨ ਬਾਅਦ ਹੋਏਗਾ, ਜੇ ਸਟੇਬਲ ਹੋਣਗੇ ਫਿਰ ਟੈਸਟ ਹੋਏਗਾ। ਅਤੇ ਇਹ ਕਹਿੰਦੀ ਲੋੜ ਹੈਗੀ ਹੈ। ਕਹਿੰਦੇ ਵੈਸੇ ਚਲੋ ਲੋੜ ਨਹੀਂ ਪੈਣੀ, ਵੈਸੇ ਜੇ ਪੈ ਵੀ ਜਾਏਗੀ ਕਰ ਲਾਂਗੇ। ਕਹਿੰਦਾ ਤੁਹਾਡਾ ਕਾਰਡ ਹੈਗਾ, ਕੋਈ ਨਹੀਂ, ਤੁਹਾਨੂੰ ਕੀ ਹੈ, ਤੁਸੀਂ ਟੈਸਟ ਕਰਾ ਲਓ, ਤੁਹਾਡੀ ਸ਼ੱਕ ਨਿਕਲ ਜਾਏਗਾ। ਕਹਿੰਦੇ ਆਪਾਂ ਸ਼ੱਕ ਆਪਣੇ ਕੱਢਣਾ ਬਾਹਰ। ਇਹ ਠੀਕ ਹੈ। ਅਤੇ ਉਸ ਤੋਂ ਬਾਅਦ ਭਰਾ ਨੇ ਰਿਪੋਰਟਾਂ ਮੰਗੀਆਂ, ਸਾਡਾ ਅਸੀਂ ਫੋਨ ਕੀਤਾ ਮਾਸੜ ਜੀ ਨੂੰ, ਉਹ ਕਹਿੰਦੇ ਹਸਪੀਟਲ ਸਹੀ ਨਹੀਂ ਹੈਗਾ, ਉੱਥੇ ਤੁਸੀਂ ਛੁੱਟੀ ਲੈ ਲਓ। ਅਤੇ ਛੁੱਟੀ ਲੈ ਲਓ ਆਪਾਂ। ਫਿਰ ਚਲੋ ਉਹਨਾਂ ਨੂੰ ਕਿਹਾ ਆਪਣੇ ਰਿਪੋਰਟਾਂ ਦੇ ਦਿਓ, ਸਾਨੂੰ ਰਿਪੋਰਟਾਂ ਦੇਣ ਨਾ। ਫਿਰ ਡਾਕਟਰ ਸਾਡੇ ਫਰੈਂਡ ਦਾ ਵਾਕਫ ਹੈਗਾ ਸੀ, ਉਹਨੂੰ ਕਿਹਾ ਆਪਾਂ, ਫਿਰ ਉਹਨੂੰ ਕਿਹਾ, ਡਾਕਟਰ ਨੇ ਫਿਰ ਰਿਪੋਰਟਾਂ ਲੈ ਕੇ ਦਿੱਤੀਆਂ ਵੀ ਦੇਰ ਬਾਅਦ। ਉਸ ਤੋਂ ਬਾਅਦ ਡਾਕਟਰ ਵਿਨੋਦ ਆ ਗਏ, ਕਹਿੰਦੇ ਨਹੀਂ ਤੁਹਾਡਾ ਮਰੀਜ਼ ਸਟੇਬਲ ਹੈਗਾ ਵਾ ਅਤੇ ਇਹਨਾਂ ਨੂੰ ਬਲੋਕੇਜ ਵਾਸਤੇ ਟੈਸਟ ਕਰਨਾ ਪਏਗਾ। ਹੈਗਾ ਤੁਸੀਂ ਕਿਹਾ ਜੀ ਲੋੜ ਨਹੀਂ ਪੈਣੀ, 2 ਦਿਨ ਬਾਅਦ ਲੋੜ ਪੈਣੀ। ਕਹਿੰਦੇ ਨਹੀਂ ਹੁਣੇ ਸਟੇਬਲ ਹੈਗੇ, ਕਰ ਦੇਣੇ ਟੈਸਟ। ਅਨਸਟੇਬਲ ਹੈ, ਪਹਿਲੇ ਅਨਸਟੇਬਲ ਸੀ ਫਟਾਫਟ ਕਰਾਓ। ਅਤੇ ਟੈਸਟ ਆਪਣਾ ਕਰਾਉਣ ਗਏ ਆ, ਉੱਥੇ ਜਾ ਕੇ ਇਹਨਾਂ ਨੇ ਪੈਪਾ ਪੂਪਾ ਪਾਈਆਂ ਵਿੱਚ, ਸਾਨੂੰ ਫਿਰ ਬਾਅਦ ਘੰਟੇ ਬਾਅਦ ਬੁਲਾਇਆ ਸਾਨੂੰ। ਕਹਿੰਦੇ ਆ ਵੇਖੋ ਇਹਨਾਂ ਦੇ ਬਲੋਕੇਜ ਹੈਗੀ ਬਹੁਤ ਜ਼ਿਆਦਾ। ਇਹ ਤੁਹਾਨੂੰ ਸਮਝ ਨਹੀਂ ਹੈਗੀ, ਤੁਹਾਨੂੰ ਪਤਾ ਹੈਗਾ ਬਲੋਕੇਜ ਹੈ ਕਿ ਨਹੀਂ ਹੈ? ਕਹਿੰਦੇ ਨਹੀਂ, ਤੇ 2 ਪਾਈਪਾਂ ਵਿੱਚ ਬਲੋਕੇਜ ਜ਼ਿਆਦਾ ਵਾ ਅਤੇ ਇੱਕ ਵਿੱਚ ਬਲੋਕੇਜ ਘੱਟ ਹੈਗੀ ਹੈ, ਅਤੇ ਉਹ ਦਵਾਈ ਨਾਲ ਠੀਕ ਹੋ ਜਾਏਗੀ, 2 ਸਟੰਟ ਪੈਣਗੇ। ਇਹ ਤੁਹਾਨੂੰ ਆਪਣੀ CD ਦੇ ਦਿਓ ਅਤੇ ਆਪਾਂ CD ਖਾ ਕੇ ਅਤੇ ਸੈਕਿੰਡ ਓਪੀਨੀਅਨ ਲਵਾਂਗੇ ਆਪਾਂ। ਕਹਿੰਦੇ ਕੋਈ ਨਹੀਂ, ਤੁਹਾਡੇ ਕੋਲ 15-20 ਮਿੰਟ ਹੈਗੇ ਆ, 15-20 ਮਿੰਟ ਤੱਕ ਹੋ ਗਏ ਆ, ਤੁਸੀਂ ਆਪਣਾ ਡਿਸਾਈਡ ਕਰ ਲਓ। ਫਿਰ ਸਾਨੂੰ ਅਸੀਂ ਬਾਹਰ ਆਏ ਹਾਂ, ਫਿਰ ਸਾਨੂੰ ਬੁਲਾਉਣ ਆ ਗਏ, ਕਹਿੰਦੇ ਤੁਸੀਂ ਡਾਕਟਰ ਮਲਹੋਤਰਾ ਕੋਲ ਜਾਓ ਥੱਲੇ। ਅਸੀਂ ਡਾਕਟਰ ਮਲਹੋਤਰਾ ਕੋਲ ਆ ਗਏ, ਉਹਨਾਂ ਨੂੰ ਪੁੱਛਿਆ, ਕਹਿੰਦੇ ਮੈਂ ਵੇਖਦਾ ਪਿਆ ਵਾਂ ਤੁਹਾਡੀ ਮੰਮੀ ਦੀ ਨਾ ਹਾਲਤ ਬਹੁਤ ਮਾੜੀ ਹੈਗੀ, ਬਹੁਤ ਸਹੀ ਨਹੀਂ ਹੈਗੀ। ਹੈਗੇ ਮੰਮੀ ਸਾਡੇ ਖਾਂਦੇ ਪੀਂਦੇ ਪਏ ਆ, ਬਿਲਕੁਲ ਸਹੀ ਹੈਗੇ ਨੇ। ਕਹਿੰਦੇ ਨਹੀਂ ਉਹ ਬਾਹਰੋਂ ਸਹੀ ਹੈ, ਕਹਿੰਦੇ ਅੰਦਰੋਂ ਬਹੁਤ ਹਾਲਤ ਮਾੜੀ ਹੈ। ਅਤੇ ਸਟੰਟ ਤੁਸੀਂ ਪਾ ਲਓ, ਤੁਸੀਂ ਪਾ ਲਓ,
ਅਸੀਂ ਵੀ ਚੱਲ ਗਏ ਬਿਨਾਂ ਕਹੇ ਉਹਨਾਂ ਨੇ ਡਾਕਟਰ ਸਟੰਟ ਪਾਤੇ। ਮਤਲਬ ਕਿ ਤੁਹਾਡੀ ਮਰਜ਼ੀ ਤੋਂ ਬਗੈਰ ਹੀ ਸਟੰਟ ਮਰਜ਼ੀ ਪਾ ਤੋਂ ਦਿੱਤੇ। ਬਗੈਰ ਸਾਨੂੰ ਇਸ ਤੋਂ ਦੱਸਿਆ ਪਹਿਲਾਂ ਨਹੀਂ। ਤੁਸੀਂ ਸੈਕਿੰਡ ਓਪੀਨੀਅਨ ਲੈਂਦੇ ਇਹਨਾਂ ਨੇ ਹਾਂਜੀ ਸਟੰਟ ਪਾ ਹਾਂਜੀ ਦਿੱਤੇ। ਉਹਨਾਂ ਪਹਿਲੇ ਪਾਤੇ ਅਸੀਂ ਕਹਿੰਦੇ ਕਿਹਾ ਜੀ ਸੈਕਿੰਡ risk ਲਓ। ਓਪੀਨੀਅਨ ਲੈਣ ਦਿਓ, ਕਿਹਾ ਗਿਆ ਕਿ ਸਰ ਅਸੀਂ ਹਵਾਲੇ ਨਾ ਕਰੋ, ਸੈਕਿੰਡ ਓਪੀਨੀਅਨ ਲੈਣ ਦਿਓ। ਇੰਨਾ ਕੁ ਥ੍ਰੈਟਨ ਕੀਤਾ ਗਿਆ, ਸਾਨੂੰ ਡਰਾਇਆ ਗਿਆ ਕਿ ਤੁਹਾਡਾ ਪੇਸ਼ੈਂਟ ਤੁਹਾਡਾ patient ਜਾਂਦਾ ਪਿਆ ਵਾ ਉਹਦੇ, ਤੁਹਾਡਾ ਉਹਦੇ ਪੇਸ਼ੈਂਟ ਮਰਦਾ ਦਾ ਪਿਆ, ਹਾਰਟ ਕਿਤੇ ਜਿਹੜਾ ਹੈ ਉਹ ਬਸ ਤੁਹਾਨੂੰ ਬਹੁਤ ਵੀਕ ਪਰਵਾਹ ਨਹੀਂ ਹੋ ਰਿਹਾ patient ਹੈਗਾ। ਉਹ ਇੰਨਾ ਕੁ ਥ੍ਰੈਟਨਿੰਗ ਸਿਚੁਏਸ਼ਨ ਬਣਾ ਦਿੱਤੀ ਗਈ, ਸਾਨੂੰ ਇਹਦੇ ਜਾਣ ਦਿੱਤਾ, ਸਾਡਾ ਦਿਮਾਗ ਹੋ ਗਿਆ ਬਿਲਕੁਲ, ਪਤਾ ਹੀ ਨਹੀਂ ਲੱਗ ਸਕਿਆ ਬੱਚਿਆਂ ਨੂੰ ਕਿ ਕੀ ਹੋ ਗਿਆ। ਹਾਂਜੀ ਹਾਂਜੀ ਉਹਨਾਂ ਫਿਰ ਉਹਨਾਂ ਕੋਲ ਪੰਜ ਮੰਮੀ ਦੀ ਲੱਤ ਵਿੱਚ ਦਰਦ ਹੋਈ ਬਹੁਤ ਜ਼ਿਆਦਾ, 5:30 ਦਰਦ ਸ਼ੁਰੂ ਹੋਈ ਹੈ। ਇਹਨਾਂ 10:30 ਤੇ ਫੋਨ ਕੀਤਾ ਭਰਾ ਨੂੰ ਕਿ ਇੱਥੇ ICU ਵਿੱਚ ਆਓ। ਭਰਾ ਗਿਆ ਵਾ ਤੇ ਜਾ ਕੇ ਮੰਮੀ ਨੂੰ ਪੁੱਛਿਆ, ਕਹਿੰਦੇ ਲੱਤ ਮੇਰੀ ਬਹੁਤ ਦਰਦ ਹੁੰਦੀ ਵੀ, ਦਰਦ ਬਰਦਾਸ਼ਤ ਨਹੀਂ ਹੁੰਦੀ ਵੀ। ਭਰਾ ਨੇ ਲੱਤ ਦਵਾਈ, ਅੱਧਾ ਘੰਟਾ ਨਹੀਂ ਫਰਕ ਪਿਆ। ਇਹਨਾਂ ਪੇਨ ਕਿਲਰ ਦਿੱਤੀ ਹੈ, ਇੰਜੈਕਸ਼ਨ ਲਗਾਇਆ, ਨਹੀਂ ਫਰਕ ਪਿਆ ਕੋਈ। ਡਾਕਟਰ ਹੁੰਦੇ ਸੀ, ਡਾਕਟਰ ਨੂੰ ਕੰਸਲਟ ਕੀਤਾ? ਡਾਕਟਰ ਨੂੰ ਵੀ ਕੀਤਾ ਸੀ, ਪਰ ਜਿਹੜਾ ਡਾਕਟਰ ਮੇਨ ਹੀ ਉਹ ਆਇਆ ਹੀ ਨਹੀਂ। ਉਹ ਕਹਿੰਦੇ ਉਹਨਾਂ ਨੇ 9 ਵਜੇ ਆਣਾ ਜੀ। ਤੇ ਉਸ ਤੋਂ ਬਾਅਦ ਭਰਾ ਚਲੋ ਆ ਗਿਆ। ਭਰਾ ਨੇ ਮੈਨੂੰ ਫੋਨ ਕੀਤਾ 7 ਵਜੇ। ਘਰੋਂ ਮੈਂ ਘਰ ਗਿਆ ਸੀ, ਘਰੋਂ ਮੈਂ ਹਸਪੀਟਲ ਆਇਆ, ਉਹਨਾਂ ਦਰਵਾਜ਼ਾ ਬੰਦ ਕਰ ਲਿਆ। ਆਪਾਂ ਅੰਦਰ ਨਹੀਂ ਆਉਣ ਦੇਣਾ ਜੀ ਹੁਣ 9 ਵਜੇ ਅੰਦਰ ਆਇਓ। ਲਾਸਟ ਵਿੱਚ ਉਹਨਾਂ ਕੋਲ ਦਰਦ ਕੰਟਰੋਲ ਨਹੀਂ ਹੋਈ ਮੰਮੀ ਦੀ, ਲੱਤ ਵਿੱਚ ਹੋ ਗਈ ਸੀ। ਤੇ ਉਸ ਤੋਂ ਬਾਅਦ ਕਹਿੰਦੇ ਆਪਾਂ ਇਹਨਾਂ ਦਾ BP ਘਟ ਗਿਆ ਵਾ, ਉਹ ਆਪਾਂ ਹੁਣ ਸਟੇਬਲ ਕਰਾਂਗੇ BP। ਉਹ ਕੋਈ ਤਾਰ ਪਾਵਾਂਗੇ ਪੈਰ ਵਿੱਚੋਂ, ਉਹ ਥੱਲੇ ਲਾਇਆ। ਫਿਰ ਉੱਥੇ ਇਹਨਾਂ ਤਾਰ ਪਾਈ ਪੈਰ ਵਿੱਚ, ਫਿਰ ਸਾਨੂੰ ਬੁਲਾਇਆ ਤੇ ਮੰਮੀ ਚੀਕਾਂ ਮਾਰਨ ਦੇ ਸੀ ਦਰਦ ਹੋਈ ਜਾਵੇ। ਤੇ ਕਹਿੰਦੇ ਨਹੀਂ ਤੁਹਾਡਾ ਨਾਲ BP ਵੀ ਠੀਕ ਹੈ ਹੁਣ, ਤੇ ਹਾਰਟ ਬੀਟ ਵੀ ਠੀਕ ਹੋਈ ਹੈ, ਸਭ ਕੁਝ ਠੀਕ ਹੋ ਗਿਆ, ਕੋਈ ਗੱਲ ਨਹੀਂ। ਕਹਿੰਦਾ ਤੁਹਾਨੂੰ ਵੇਖ ਕੇ ਘਬਰਾ ਗਏ ਤਾਂ ਕਰਦੇ ਪਏ ਆ, ਤੁਸੀਂ ਬਾਹਰ ਜਾਓ। ਅਸੀਂ ਬਾਹਰ ਆ ਗਏ। ਉਸ ਤੋਂ ਬਾਅਦ ਭਰਾ ਗਿਆ ਕੰਮ ਜਰਾ ਕੁ, ਤੇ ਫਿਰ ਇਹਨਾਂ ਮੈਨੂੰ ਆਵਾਜ਼ ਮਾਰ ਲਈ, ਮਾਂਜੀ ਡਾਕਟਰ ਸਾਹਿਬ ਕਹਿੰਦੇ ਤੁਹਾਡੀ ਮੰਮੀ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਤੇ ਇਹਨਾਂ ਨੂੰ ਰੱਖਣਾ ਪੈਣਾ ਵੈਂਟੀਲੇਟਰ ਤੇ। ਮੈਂ ਕਿਹਾ ਸਰ ਤੁਸੀਂ ਕਹਿੰਦੇ ਵੀ ਠੀਕ ਹੈਗੇ ਆ, ਹੁਣ ਫਰਕ ਪੈ ਜਾਣਾ ਵਾ। ਮੈਂ ਦਰਦ ਦੇ ਕੰਟਰੋਲ ਕਿਉਂ ਨਹੀਂ ਹੁੰਦਾ ਪਿਆ? ਕਹਿੰਦੇ ਅਸੀਂ ਕਰਦੇ ਪਏ ਆ, ਜ਼ਿਆਦਾ ਖੂਨ ਪਤਲਾ ਕਰਾਂਗੇ ਤਾਂ ਦਿਮਾਗ ਦੀ ਨਾਲੀ ਫਟ ਜਾਏਗੀ ਤੇ ਵੈਂਟੀਲੇਟਰ ਨੂੰ ਰੱਖਣਾ ਪੈਣਾ ਵਾ, ਤੁਸੀਂ ਦੱਸ ਦਿਓ ਸਾਨੂੰ। ਤੇ ਮੈਂ ਭਰਾ ਨੂੰ ਪੁੱਛਣ ਗਿਆ ਵਾਂ, ਤੇ ਬਾਅਦ ਫਿਰ ਮੈਨੂੰ ਆਵਾਜ਼ ਮਾਰ ਲਈ, ਕਹਿੰਦੇ ਨਹੀਂ ਤੁਹਾਡੀ ਤਬੀਅਤ ਖਰਾਬ ਹੋ ਗਈ, ਆਪਾਂ ਰੱਖਤਾ ਵੈਂਟੀਲੇਟਰ ਤੇ। ਉਸ ਤੋਂ ਬਾਅਦ ਕਹਿੰਦੇ ਤੁਹਾਡੀ ਡੈਥ ਹੋਈ ਮੰਮੀ ਦੀ ਜੀ। ਮੇਰਾ ਨਾਮ ਵਿਸ਼ਾਲ ਸ਼ਰਮਾ ਜੀ, ਮੈਂ ਜਵਾਹਰ ਨਗਰ ਦਾ ਰਹਿਣ ਵਾਲਾ ਵਾਸੀ ਹਾਂ। ਵੀਰਵਾਰ ਤੜਕੇ ਸਵੇਰੇ ਮੇਰੇ ਮਦਰ ਸੁਮਨ ਸ਼ਰਮਾ ਇਹਨਾਂ ਦਾ ਨਾਮ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਆਈ ਸਾਹ ਦੀ ਥੋੜ੍ਹੀ ਬਹੁਤ, ਤੇ ਮੈਂ ਉਸ ਕੇਸ ਵਿੱਚ ਇਸ ਹਸਪੀਟਲ ਆਇਆ ਉਹਨਾਂ ਕੋਲ ਕਿ ਮੈਂ ਚਲੋ ਇੱਥੇ ਟ੍ਰੀਟਮੈਂਟ ਕਰਾਵਾਂਗੇ, ਸਹੀ ਹੋਏਗਾ। ਬਟ ਮਾਮਲਾ ਕੁਝ ਹੋਰ ਹੀ ਹੋ ਗਿਆ। ਅੱਜ ਮੇਰੀ ਮਾਂ ਇਸ ਦੁਨੀਆ 'ਚ ਨਹੀਂ ਹੈ, ਤੇ ਉਹਦੀ ਵਜ੍ਹਾ ਨੇ ਇਹ ਹਸਪੀਟਲ ਦੇ ਡਾਕਟਰ, ਲਾਲਚੀ ਡਾਕਟਰ, ਕਾਰਪੋਰੇਟ ਹਸਪੀਟਲ, ਇੱਥੇ ਡਾਕਟਰ ਜਤਿੰਦਰ ਮਲਹੋਤਰਾ ਨਾਲ ਵਿਨੋਦ ਕੁਮਾਰ, ਇਹਨਾਂ ਦੋਵਾਂ ਨੇ ਮੇਰੀ ਮਾਂ ਦਾ ਗਲਤ ਇਲਾਜ ਕਰਕੇ ਮੈਨੂੰ ਫੋਰਸਫੁਲੀ ਇਲਾਜ ਕੀਤਾ ਗਿਆ। ਮੈਨੂੰ ਬਿਨਾਂ ਪੁੱਛਿਆ ਦੱਸਿਆ ਕਿ ਬਹੁਤ ਮਾਮਲਾ ਸੀਰੀਅਸ ਹੈ, ਜਦੋਂ ਕਿ ਇੱਦਾਂ ਦੀ ਕੋਈ ਗੱਲ ਨਹੀਂ ਸੀ। ਬਾਰ-ਬਾਰ ਆਪਣੇ ਬਿਆਨ ਬਦਲਦੇ ਰਹੇ। ਬਾਅਦ 'ਚ ਕਹਿੰਦੇ ਨਹੀਂ ਜੀ ਸਟੰਟ ਪਾਉਣ ਦੀ ਲੋੜ ਨਹੀਂ ਸੀ, ਆਪਰੇਸ਼ਨ ਦੀ ਲੋੜ ਨਹੀਂ ਸੀ, ਫੂਡ ਪਾਈਪ 'ਚ ਪ੍ਰੋਬਲਮ ਸੀ ਜਦੋਂ ਡੈਥ ਹੋ ਗਈ। ਪਹਿਲਾਂ ਕੁਝ ਹੋਰ ਕਹਿੰਦੇ ਰਹੇ, ਹੁਣ ਉਹ ਆਪਣੀ ਗਲਤੀਆਂ ਨਹੀਂ ਮੰਨਦੇ ਪਏ। ਸਾਹ ਦੀ ਦਿੱਕਤ ਕਰਕੇ ਲਿਆਇਆ ਗਿਆ ਤੇ ਟ੍ਰੀਟਮੈਂਟ ਕਿਹੜਾ ਕੀਤਾ ਇਹਨਾਂ ਨੇ? ਇਹਨਾਂ ਨੇ ਆਕਸੀਜਨ ਲਾਈ ਜੀ, ਆਕਸੀਜਨ ਲਾ ਕੇ ਫਰਕ ਪੈ ਗਿਆ। ਸਾਨੂੰ ਉਦੋਂ ਕਹਿੰਦੇ ਜੀ ਕ੍ਰਿਟੀਕਲ ਕੰਡੀਸ਼ਨ ਹੈਗੀ ਹੈ, ਹਜੇ ਟੈਸਟ ਹੋਣਗੇ। ਫਿਰ ਦੱਸਣ ਲੱਗ ਪਏ ਮਾਈਨਰ ਅਟੈਕ ਹੈ, ਫਿਰ ਕਹਿਣ ਲੱਗ ਪਏ ਵੱਡਾ ਅਟੈਕ ਹੈ। ਟ੍ਰੀਟਮੈਂਟ ਤੁਹਾਡਾ ਕੈਸ਼ ਸੀ ਜਾਂ ਇੰਸ਼ੋਰੈਂਸ ਸੀ? ਉਹੀ ਗੱਲ ਤੇ ਗਲਤ ਹੋ ਗਈ। ਇੰਸ਼ੋਰੈਂਸ ਦਾ ਕਾਰਡ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਫਿਰ ਲਾਲਚ ਆ ਗਿਆ ਮਨ 'ਚ। ਇਹਨਾਂ ਨੇ ਹੋਇਆ ਕਿ ਹੁਣ ਮਰੀਜ਼ ਨੂੰ ਵੱਧ ਤੋਂ ਵੱਧ ਬਿਮਾਰੀਆਂ ਦੱਸ ਕੇ, ਵੱਧ ਤੋਂ ਵੱਧ ਇਹਦਾ ਆਪਰੇਸ਼ਨ ਕਰਕੇ ਅਸੀਂ ਵੱਧ ਤੋਂ ਵੱਧ ਪੈਸੇ ਠੱਗ ਲਈਏ, ਜੋ ਕਿ ਇਹ ਕਰਦੇ ਆਏ ਨੇ। ਇੱਕ ਵਾਰ ਨਹੀਂ 2 ਵਾਰ ਕਰ ਚੁੱਕੇ ਨੇ। ਇਸ ਗੱਲ ਦਾ ਪਤਾ ਮੈਨੂੰ ਉਦੋਂ ਲੱਗਾ ਜਦੋਂ ਮੈਂ ਇੱਥੇ ਦਾਖਲ ਕਰਾ ਚੁੱਕਿਆ ਹਾਂ। ਮੈਨੂੰ ਬੜਿਆਂ ਨੇ ਸਲਾਹ ਦਿੱਤੀ ਕਿ ਵੀ ਇੱਥੋਂ ਕਢਵਾ ਲਾ, ਬਟ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਮਦਰ ਠੀਕ ਨੇ, ਉਹਨਾਂ ਨੂੰ ਛੁੱਟੀ ਦੇ ਦਿਓ। ਉਹ ਕਹਿੰਦੇ ਠੀਕ ਆ ਤੁਸੀਂ ਸਾਈਨ ਕਰ ਦਿਓ। ਮੈਂ ਸਾਈਨ ਕਰਤੇ। ਉਸ ਤੋਂ ਬਾਅਦ ਵਿੱਚ ਕਹਿੰਦੇ ਕਿ ਹੁਣ ਤੁਸੀਂ ਛੁੱਟੀ ਮਿਲ ਜਾਏਗੀ, ਬਟ ਹਜੇ ਨਹੀਂ ਮਿਲਣੀ, ਉਸ ਤੋਂ ਪਹਿਲਾਂ ਟੈਸਟ ਹੋਣਗੇ। ਤੇ ਇਹਨਾਂ ਨੇ ਟੈਸਟ ਵਿੱਚ ਕਿਹਾ ਕਿ ਮਦਰ ਤੁਹਾਡੇ ਠੀਕ ਹੋ ਗਏ ਸੀ, ਉਸ ਤੋਂ ਬਾਵਜੂਦ ਇਹਨਾਂ ਨੇ ਮਦਰ ਮੇਰੇ ਬਿਲਕੁਲ ਠੀਕ ਸੀ। ਤੁਸੀਂ ਇਹਨਾਂ ਦੀ ਰਿਕਾਰਡਿੰਗ 'ਚ ਦੇਖ ਲਓ, ਚੰਗੇ ਭਲੇ ਬਹਿ ਕੇ ਖਾਣਾ ਖਾ ਰਹੇ ਨੇ, ਗੱਲਬਾਤ ਕਰ ਰਹੇ ਨੇ। ICU ਵਿੱਚ ਕਿਹੜਾ ਮਰੀਜ਼ ਹੁੰਦਾ ਹੈ ਕਿ ਜਿਹੜਾ ਉੱਠ ਕੇ ਗੱਲਬਾਤ ਵੀ ਕਰ ਰਿਹਾ, ਖਾਣਾ ਵੀ ਖਾ ਰਿਹਾ, ਕੋਈ ਪ੍ਰੋਬਲਮ ਨਹੀਂ। ਉਹਨੂੰ ICU 'ਚ ਰੱਖਿਆ ਕੋ ਤੇ ਮੈਨੂੰ ਸਿਰਫ ਬਿੱਲ ਬਣਾਉਣ ਲਈ। ਮੈਂ ਤੇ ਕਹਿੰਦਾ ਰਹਿ ਗਿਆ ਕਿ ਇਹਨਾਂ ਨੂੰ ਸ਼ਿਫਟ ਕਰ ਦਿਓ ਰੂਮ 'ਚ, ਬਟ ਇਹਨਾਂ ਨੇ ਨਹੀਂ ਕੀਤਾ। ਨਹੀਂ ਜੇ ICU 'ਚ ਰਹਿਣਗੇ। ਬਾਅਦ ਜਿਹੜੀ ਐਂਜੀਓਗ੍ਰਾਫੀ ਹੋਣੀ ਸੀ 2 ਦਿਨਾਂ ਬਾਅਦ, ਉਹ ਇਹਨਾਂ ਨੇ ਕਰਤੀ ਉਸੇ ਦਿਨ, ਕਿਉਂਕਿ ਮੈਂ ਇਹਨਾਂ ਕੋਲ ਮੰਗ ਲਿਆ ਰਿਪੋਰਟਾਂ ਕਿ ਮੈਂ ਸੈਕਿੰਡ ਓਪੀਨੀਅਨ ਲੈਣੀ ਹੈ। ਤੇ ਇਹਨਾਂ ਨੂੰ ਸੀ ਕਿ ਕਿਤੇ ਮਰੀਜ਼ ਭੱਜ ਨਾ ਜਾਵੇ, ਤੇ ਉਹਨਾਂ ਨੇ ਫਿਰ ਉਸੇ 2 ਦਿਨ ਜਿਹੜੀ ਬਾਅਦ 'ਚ ਕਰਨੀ ਸੀ ਆਪਣੇ ਬਿਆਨ ਬਦਲਤੇ, ਉਹ ਪਹਿਲਾਂ ਕਰ ਲਈ। ਪਹਿਲਾਂ ਕਹਿੰਦੇ ਰਹੇ ਮਰੀਜ਼ ਬਹੁਤ ਕ੍ਰਿਟੀਕਲ ਹੈ, ਐਂਜੀਓਗ੍ਰਾਫੀ 2 ਦਿਨ ਬਾਅਦ ਹੋਏਗੀ। ਫਿਰ ਕਹਿੰਦੇ ਹੁਣ ਸੇਮ ਡੇ ਹੋਏਗੀ। ਉਸ ਤੋਂ ਬਾਅਦ 'ਚ ਮੈਨੂੰ ਇੱਕ ਡਾਕਟਰ ਕਹਿੰਦਾ ਵਾ ਠੀਕ ਆ ਚਲੋ ਕੋਈ ਨਹੀਂ। ਮੈਂ ਕਿਹਾ ਮੈਂ ਓਪੀਨੀਅਨ ਲੈ ਕੇ ਸਟੰਟ ਪਵਾਉਣੇ ਆ, ਬਹੁਤ ਕ੍ਰਿਟੀਕਲ ਕੰਡੀਸ਼ਨ ਹੈ, ਸਟੰਟ ਪਵਾਓ, ਬਲੋਕੇਜ ਹੈ, ਇਹ ਹੈ ਉਹ, ਜਿੱਦਾਂ ਡਰਾਉਂਦੇ ਹੁੰਦੇ ਨੇ ਕਿ ਤੁਸੀਂ ਲਾਈਫ ਦਾ ਖੇਡ ਰਹੇ ਹੋ, ਤੁਸੀਂ ਡਿਸੀਜਨ ਲੇਟ ਨਾ ਕਰੋ, 2 ਮਿੰਟ 'ਚ ਡਿਸੀਜਨ ਦਿਓ ਮੈਨੂੰ। ਮੇਰੇ ਕੋਲ ਫੋਰਸਫੁਲੀ ਇਹਨਾਂ ਨੇ ਸਟੰਟ ਪਵਾਏ ਗਏ ਨੇ, ਜਿਹੜਾ ਮੈਨੂੰ ਪਤਾ ਹੀ ਨਹੀਂ ਸੀ। ਉਹ ਬਾਅਦ ਵਿੱਚ ਪਤਾ ਲੱਗਾ ਕਿ ਸਟੰਟ ਪਾਏ। ਗੋਲਮੋਲ ਦੀ ਗੱਲ ਕਰਕੇ ਕਿ ਬਸ ਵਾ ਠੀਕ ਆ ਚਲੋ ਕੋਈ ਨਹੀਂ। ਮੈਂ ਕਿਹਾ ਮੈਂ ਓਪੀਨੀਅਨ ਲੈ ਕੇ ਸਟੰਟ ਪਵਾਉਣੇ ਆ, ਬਹੁਤ ਕ੍ਰਿਟੀਕਲ ਕੰਡੀਸ਼ਨ ਹੈ, ਸਟੰਟ ਪਵਾਓ, ਬਲੋਕੇਜ ਹੈ, ਇਹ ਹੈ ਉਹ, ਜਿੱਦਾਂ ਡਰਾਉਂਦੇ ਹੁੰਦੇ ਨੇ ਕਿ ਤੁਸੀਂ ਲਾਈਫ ਦਾ ਖੇਡ ਰਹੇ ਹੋ, ਤੁਸੀਂ ਡਿਸੀਜਨ ਲੇਟ ਨਾ ਕਰੋ, 2 ਮਿੰਟ 'ਚ ਡਿਸੀਜਨ ਦਿਓ ਮੈਨੂੰ।
ਮੇਰੇ ਕੋਲ ਫੋਰਸਫੁਲੀ ਇਹਨਾਂ ਨੇ ਸਟੰਟ ਪਾਏ ਗਏ ਨੇ, ਜਿਹੜਾ ਮੈਨੂੰ ਪਤਾ ਹੀ ਨਹੀਂ ਸੀ, ਉਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਸਟੰਟ ਪਾਏ। ਗੋਲ ਮੋਲ ਦੀ ਗੱਲ ਕਰਕੇ ਕਿ ਬਸ ਮੈਂ ਕਹਿ ਤਾਂ ਨਹੀਂ, ਸੋਚ ਲੈਣ ਤੋਂ ਦੇਖਦੇ ਹਾਂ ਕਿ ਇਹਨਾਂ ਨੇ ਸਟੰਟ ਪਾਤੇ। ਉਸ ਤੋਂ ਬਾਅਦ ਵਿੱਚ ਸਟੰਟ ਪਾਏ ਨੇ ਇਹਨਾਂ ਨੇ ਕੱਲ੍ਹ ਦੁਪਹਿਰੇ 3:30 ਵਜੇ, ਤੇ ਅੱਜ ਸ਼ਾਮਾਂ ਵੀ ਨਹੀਂ ਹੋਈਆਂ ਤੇ ਮੇਰੀ ਮਾਤਾ ਦੁਨੀਆ 'ਚ ਨਹੀਂ ਹੈ। ਇਹਨਾਂ ਕੋਲ ਸਾਂਭੀ ਨਹੀਂ ਗਈ, ਇਹਨਾਂ ਨੂੰ ਇਲਾਜ ਕੋਈ ਹੋਰ ਸੀ, ਕਰਦੇ ਹੋਏ ਕੋਈ ਹੋਰ ਗਏ। ਕਹਿੰਦੇ ਆ ਕਿ ਮਰੀਜ਼ ਨੇ ਆਪਣਾ ਬਿੱਲ ਮਾਫ ਕਰਾਉਣਾ ਹੁੰਦਾ ਤੇ ਸਾਡੇ ਬੂਹੇ ਤੇ ਧਰਨਾ ਲਾ ਦਿੰਦੇ ਆ। ਤੁਹਾਡਾ ਇਹ ਕੇਸ? ਮੇਰਾ ਤੇ ਹੈਗਾ ਹੀ ਕਾਰਡ ਸੀ, ਮੈਂ ਕੋਈ ਪੈਸੇ ਇਹਨਾਂ ਕੋ ਉਲਟਾ ਮੇਰੇ ਕੋਲ ਇਹਨਾਂ ਨੇ ਕੈਸ਼ ਮੰਗਿਆ ਕਿ ਕੈਸ਼ ਦੇ ਦਿਓ, ਤੁਹਾਡੀ ਅਜੇ ਅਪਰੂਵਲ ਲੇਟ ਆਂਦੀ ਹੈ, ਪਹਿਲਾਂ ਤੁਹਾਨੂੰ ਕੈਸ਼ ਦੇਣਾ ਪੈਣਾ ਵਾ। ਮੇਰਾ ਹਾਲਾਂਕਿ ਕਾਰਡਲੈਸ ਕਾਰਡ ਸੀ, ਕੈਸ਼ਲੈਸ ਕਾਰਡ ਸੀ, ਪਰ ਇਹਨਾਂ ਨੇ ਮੇਰੇ ਕੋਲੋਂ ਪੈਸੇ ਵੀ ਮੰਗੇ। ਉਸ ਤੋਂ ਬਾਅਦ ਵਿੱਚ ਬਿੱਲ ਬਣਾਉਣ ਲਈ ਵੱਖਰੇ ਵੱਡੇ ਇਹਨਾਂ ਨੇ ਟੈਸਟ ਕਰਤੇ ਜਿਹਦੀ ਲੋੜ ਵੀ ਨਹੀਂ ਸੀ। ਸਿਟੀ ਐਂਜੀਓਗ੍ਰਾਫੀ ਸਾਨੂੰ ਤਾਂ ਪਤਾ ਹੀ ਨਹੀਂ ਹੈ ਜੋ ਕੁਝ ਕਰਦੇ ਰਹੇ ਨੇ। ਇਹਨਾਂ ਨੇ ਧੱਕਾ ਕੀਤਾ ਸਾਡੇ ਨਾਲ। ਮੇਰੀ ਇਸ ਮਾਤਾ ਮੇਰੇ ਨੂੰ ਵਾਪਸ ਕਰ ਦੇਣ, ਮੈਂ ਤਾਂ ਇਹੀ ਚਾਹੁੰਦਾ, ਇਹ ਇਨਸਾਫ ਹੈ। ਜੇ ਉਹ ਨਹੀਂ ਕਰ ਸਕਦੇ ਤੇ ਇਹ ਆਪਣਾ ਬੰਦ ਕਰੋ, ਇਹਨੂੰ ਲੋਕਾਂ ਨਾਲ ਧੱਕਾ ਨਾ ਕਰੋ, ਲੋਕਾਂ ਦੀ ਜਾਨ ਨਾਲ ਨਾ ਖੇਡੋ। ਮੇਰੇ ਡੈਡੀ ਪਹਿਲਾਂ ਹੀ ਮੇਰੇ ਸਿਰ ਤੇ ਨਹੀਂ, ਹੁਣ ਇਹਨਾਂ ਨੇ ਮੇਰੀ ਮਾਂ ਵੀ ਖੋਲੀ। ਮਾਲਵਾ ਜੀ, ਇੱਕ ਸਾਨੂੰ ਫੋਨ ਗਿਆ ਸੀ ਕਿ ਕਾਰਪੋਰੇਟ ਹਸਪੀਟਲ ਸੁਮਨ ਸ਼ਰਮਾ ਲੇਡੀਜ਼ ਪੂਰੀ ਹੋ ਗਈ ਆ, ਉਹਦੇ ਸਬੰਧ ਵਿੱਚ ਉਹਨਾਂ ਦੇ ਘਰਦਿਆਂ ਨੇ ਧਰਨਾ ਲਾਇਆ। ਇੱਥੇ ਕੋਈ ਬੋਲ-ਬਾਲ ਰਹੇ ਨੇ ਹਸਪੀਟਲ ਦੇ ਵਿੱਚ, ਉਹ 'ਤੇ ਮੈਂ ਮੌਕੇ 'ਤੇ ਆਇਆ। ਮੌਕੇ ਦੇ ਵਿੱਚ ਇਹਨਾਂ ਨੇ ਬਾਅਦ ਜਿਹੜਾ ਲੜਕੀ ਵਾਲੇ ਸੁਮਨ ਸ਼ਰਮਾ ਵਾਲੇ ਉਹਨਾਂ ਨੇ ਧਰਨਾ ਲਾ ਲਿਆ। ਧਰਨੇ 'ਚ ਇਹਨਾਂ ਨੂੰ ਸਮਝਾ ਕੇ ਤੇ ਇਹਨਾਂ ਨੇ ਇੱਕ ਸਾਨੂੰ ਦਰਖਾਸਤ ਦਿੱਤੀ ਹੈ। ਦਰਖਾਸਤ 'ਤੇ ਜਿਹੜੀ ਬਣਦੀ ਹੋਏਗੀ ਕਾਰਵਾਈ ਹੋ ਕੇ